परल पीड़ितां नूं इंसाफ जल्द मिलेगा। मुख मंत्री भगवंत मान दे वल्लों संगरूर दे विच कीती एक रैली दे दौरान यह दावा किया गया है कि 20 तो 25 दिनों के अंदर परल ग्रुप के खिलाफ कार्रवाई होनी शुरू हो जाएगी। प्रॉपर्टीज नूं एक्वायर किया जाएगा ते परल पीड़ितां नूं इंसाफ जल्द मिलेगा। ये उम्मीद भी जागी है जिहड़े पंजाब दे विच परल पीड़ित रह रहे हैं, क्योंकि ABP सांझा दे वल्लों यह मुद्दा प्रमुखता दे नाल चुक्या गया। इंसाफ की आवाज़ जथेबंदी दे वल्लों पिछले 8-9 साल तो लगातार जिहड़ा संघर्ष किया जा रहा है ते इसे मुद्दे दे उत्ते गलबात करन दे लई इंसाफ की आवाज़ जथेबंदी दे कौमी प्रधान महिंदर सिंह दानगढ़ जी मेरे नाल ने ते खास तौर दे उत्ते जिक्र अज मुख मंत्री साहब पहला असीं अपने प्रोग्राम के जरिए जां तुसीं संघर्ष के जरिए सरकार के कन्नां तक आवाज़ पहुँचाउंदे सी, शायद आवाज़ पहुँचनी शुरू हो गई है। मुख मंत्री साहब ने बेशक संगरूर की इलैक्शन के प्रचार के दौरान ये गल कही भी पंजाब च परल पीड़ित बहुत ने, इंसाफ जल्द होएगा। लगता भी हाँ हुण इंसाफ की आवाज़ जिहड़ी उन्हां दे वल्लों बुलंद की गई है, पहला भी की जाती रही है, हुण इंसाफ के नेड़े पहुँच गए ने परल पीड़ित। सब तो पहला तो ABP सांझा दे सारे दर्शकों का बहुत बहुत स्वागत ते खास करके तुहाडा अमनदीप जी बहुत बहुत धन्यवाद। देखो अज पंजाब के मुख मंत्री भगवंत मान ने कहा भी बहुत जल्द परल पीड़ितां दीयां जमीनां जिहड़ियां हैगियां उन्हां दीयां बेच के पैसा दिता जाऊगा। इहदा सब तो पहला तो असीं स्वागत करते हैं इंसाफ की आवाज़ जथेबंदी वालों। पर मैं ये दसना चाहुंदा अमनदीप जी, भगवंत मान जी ने अज नहीं बहुत बार किया, पार्लीमेंट दे विच भी बोले ते विधान सभा चोणां च उन्होंने ये कहा सी भी असी परल दीयां प्रॉपर्टियां वेच के लोगों के पैसे वापस करांगे। हुण मौका हैगा, पावर हैगी इन्हां कोले, हुण ये कर सकदे आ। हुण देखदे आ भी जिहड़े ये रैलियां च ऐलान ने ये पूरे हुंदे आ ਜਾਂ नहीं ਹੁੰਦੇ। जे ਹੁੰਦੇ ਆ ਤਾਂ बहुत ही ਵੱਡੀ ਗੱਲ ਹੈਗੀ ਆ ਆਮ ਆਦਮੀ ਪਾਰਟੀ ਲਈ ਵੀ ਤੇ ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ परल ग्रुप ਨੂੰ ਦਿੱਤੀ ਕਿ ਸਾਨੂੰ ਇੱਥੋਂ ਚੰਗਾ ਵਿਆਜ ਮਿਲੂਗਾ ਤੇ ਅਸੀਂ ਆਪਦੇ ਆਉਣ ਵਾਲੇ ਭਵਿੱਖ ਲਈ ਉਹ ਪੈਸੇ ਨੂੰ ਵਰਤਾਂਗੇ। ਅਸੀਂ ਤੇ ਆਸ ਕਰਦੇ ਹਾਂ ਭਗਵੰਤ ਮਾਨ ਜੋ ਬੋਲੇ ਆ ਉਹਨਾਂ ਨੇ ਉਹ ਪੂਰੇ ਕਰਨਗੇ ਜਲਦੀ। ਜਿਵੇਂ ਤੁਸੀਂ ਗੱਲ ਕੀਤੀ ਵੀ ਪਹਿਲਾਂ ਵੀ ਭਗਵੰਤ ਮਾਨ ਨੇ ਬਤੌਰ MP ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਰੱਖਿਆ, ਇਲੈਕਸ਼ਨ ਤੋਂ ਪਹਿਲਾਂ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਦੌਰਾਨ, ਜਿਵੇਂ ਹੁਣ ਤੁਹਾਨੂੰ ਕਿਹਾ ਵੀ ਸਰਕਾਰ ਬਣ ਲੈਣ ਦਿਓ, ਪੈਸੇ ਤੁਹਾਡੇ ਮੈਂ ਡਬਲ ਕਰਾਂਗਾ, ਐਵੇਂ ਦਾ ਬਿਆਨ ਉਹਨਾਂ ਨੇ ਦਿੱਤਾ ਸੀ ਤੇ ਹੁਣ ਵੀ ਭਰੋਸਾ ਦਿੱਤਾ ਵੀ ਸਰਕਾਰ ਕਾਰਵਾਈ ਕਰੇਗੀ, ਸੱਤਾ ਦੇ ਵਿੱਚ ਆ ਗਏ ਨੇ। ਤਾਂ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਕਰੀਬ 25 ਤੋਂ 30 ਲੱਖ ਪਰਿਵਾਰ ਨੇ ਉਹਨਾਂ ਨੂੰ ਹੁਣ ਜਿਹੜਾ ਭਰੋਸਾ ਮਿਲੇਗਾ ਪੰਜਾਬ ਦੇ ਜਿਹੜੇ लोग ने। देखो फिलहाल पॉजिटिव आस रखनी चाहिए, विश्वास करना चाहिए ते देखदे नहीं जथेबंदी तो पिछले 8 साल तो लड़ रही है ਤੇ ਵੋਟਾਂ ਤੋਂ ਪਹਿਲਾਂ 17 ਦੇ ਵਿੱਚ ਕੈਪਟਨ ਅਮਰਿੰਦਰ ਨੇ ਵੀ ਕਿਹਾ ਸੀ ਵੀ ਮੈਂ ਇਹ ਪਰਲ ਪੀੜਤ ਲੋਕਾਂ ਦੇ ਪੈਸੇ ਦੇਵਾਂਗਾ, ਕਿਉਂਕਿ ਜਿਹੜੀ ਗੁਟਕਾ ਸਾਹਿਬ ਫੜ ਕੇ ਸਹੁੰ ਖਾਦੀ ਸੀ ਉਹ ਪਰਲ ਦੀ ਜ਼ਮੀਨ ਤੇ ਖਾਦੀ ਸੀਗੀ ਤੇ ਪਰ ਉਸ ਤੋਂ ਬਾਅਦ ਉਹ ਵੀ ਮੁੱਕਰ ਗਏ। ਜਿੰਨਾ ਚਿਰ ਲੋਕਾਂ ਦੇ ਖਾਤਿਆਂ 'ਚ ਜਾਂ ਲੋਕਾਂ ਦੀ ਜੇਬ 'ਚ ਪਰਲ ਦਾ ਪੈਸਾ ਨਹੀਂ ਜਾਂਦਾ, ਉਹਨਾਂ ਦਾ ਆਪਦਾ ਪੈਸਾ, ਪਰਲ ਦਾ ਪੈਸਾ ਨਹੀਂ, ਪਰਲ ਕੋਲੇ ਗਿਆ ਹੋਇਆ ਪੈਸਾ, ਉਹਨਾਂ ਚਿਰ ਪੋਜ਼ਿਟਿਵ ਆਸ ਰੱਖ ਕੇ ਸਰਕਾਰਾਂ ਤੋਂ ਮੰਗੀ ਕੀਤੀ ਜਾ ਸਕਦੀ ਹੈ। ਜੇ ਨਹੀਂ ਕਰਦੇ ਤਾਂ ਲੋਕ ਸੰਘਰਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਨਗੇ। ਅੱਛਾ, ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਜ਼ਿਕਰ ਕੀਤਾ ਵੀ ਕਹਿੰਦੇ ਪ੍ਰਾਪਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਐਕਵਾਇਰ ਕੀਤਾ ਜਾਏਗਾ, ਇਹਦੀ ਸ਼ੁਰੂਆਤ 20 ਤੋਂ 25 ਦਿਨਾਂ ਦੇ ਵਿੱਚ ਹੋ ਜਾਏਗੀ। ਤੁਸੀਂ ਪਿਛਲੇ 8-9 ਸਾਲ ਤੋਂ ਇਹ ਸੰਘਰਸ਼ ਵੀ ਕਰ ਰਹੇ ਹੋ, ਕਿੰਨੀਆਂ ਪ੍ਰਾਪਰਟੀਆਂ ਨੇ ਪਰਲ ਗਰੁੱਪ ਦੀਆਂ ਤੁਹਾਨੂੰ ਲੱਗਦਾ ਵੀ ਉਹ ਪੰਜਾਬ ਸਰਕਾਰ ਐਕਵਾਇਰ ਕਰ ਸਕਦੀ ਹੈ? ਪ੍ਰੋਪਰਟੀਜ਼ ਬਹੁਤ ਨੇ, ਪੰਜਾਬ ਸਰਕਾਰ ਨੂੰ ਇਹ ਤੇ ਵਰਕ ਕਰਨ ਦੀ ਲੋੜ ਹੈ ਕਿਉਂਕਿ बहुत प्रॉपर्टियां ਤਾਂ ਆਲਰੇਡੀ ਅਟੈਚ ਹੋਈਆਂ ਵੀਆਂ ਨੇ ਜੋ ਪਹਿਲਾਂ ਹੀ ਸੇਬੀ CBI ED ਦੀ ਕਾਰਵਾਈ 'ਚ ਆ ਗਈਆਂ ਔਰ ਉਹ ਲੋਡਾ ਕਮੇਟੀ ਵੱਲੋਂ ਅਟੈਚ ਨੇ। ਉਹਨਾਂ ਦੀਆਂ ਲਿਸਟਾਂ ਆਮ ਇਹਨਾਂ ਕੋਲੇ, ਕਿਉਂਕਿ ਉਸ ਸਮੇਂ ਦੀ ਸਰਕਾਰ ਦੇ ਚੀਫ ਸੈਕਟਰੀ ਕੋਲੇ ਲੋਡਾ ਕਮੇਟੀ ਵੱਲੋਂ ਉਹ ਲਿਸਟ ਆਈ ਹੋਈ ਹੈ। ਪਰ ਉਹ ਤੋਂ ਬਿਨਾਂ ਵੀ ਬਹੁਤ ਪ੍ਰਾਪਰਟੀਆਂ ਨੇ ਜਿਹੜੀਆਂ ਅਟੈਚ ਨਹੀਂ ਹੋਈਆਂ, ਜਿਵੇਂ ਗਿਆਨ ਸਾਗਰ, ਕਿਉਂਕਿ ਘੱਟੋ ਘੱਟ 500 ਕਰੋੜ ਰੁਪਏ ਦੀ ਪ੍ਰਾਪਰਟੀ ਆ। ਇਹ ਤੋਂ ਇਲਾਵਾ ਇਹਨਾਂ ਦੇ ਚੰਡੀਗੜ੍ਹ ਦੇ ਵਿੱਚ ਮੋਹਾਲੀ 'ਚ ਹੋਟਲ ਰਿਜ਼ੋਰਟ ਨੇ ਔਰ ਇਹਨਾਂ ਦੇ ਡਾਇਰੈਕਟਰਾਂ ਦੇ ਨਾਂ ਤੇ ਬਹੁਤ ਪ੍ਰਾਪਰਟੀ ਆ ਜਿਹੜੀ ਪਰਲ ਦੁਆਰਾ ਪੈਸੇ ਜਿਹੜੇ ਗਏ ਆ ਖਰੀਦੀ ਗਈ ਆ। ਤੇ ਇਹਦੇ ਲਈ ਇਹਨਾਂ ਨੂੰ ਚੰਗਾ ਵਰਕ ਕਰਨਾ ਪਊਗਾ। ਜੇ ਵਾਕਈ ਇਮਾਨਦਾਰੀ ਨਾਲ ਭਗਵੰਤ ਮਾਨ
ਸਰਕਾਰ ਇਹ ਤੇ ਕੰਮ ਕਰਦੀ ਆ ਤੇ ਅਸੀਂ ਤਾਂ ਆਲਰੇਡੀ ਸਵਾਗਤ ਕਰਦੇ ਹਾਂ ਤੇ ਸਾਥ ਵੀ ਦੇਵਾਂਗੇ। ਜੇ ਭਗਵਾਨ, ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਕਹਿਣਾ, ਸਾਡੇ ਕੋਲੇ 8 ਸਾਲਾਂ 'ਚ ਜੋ ਰਿਕਾਰਡ ਆਇਆ, ਜੋ ਸਾਡੇ ਕੋਲੇ ਜਾਣਕਾਰੀ ਆਈ ਆ, ਅਸੀਂ ਪੰਜਾਬ ਸਰਕਾਰ ਨੂੰ ਦੇਣ ਨੂੰ ਤਿਆਰ ਆ। ਬਸ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਆ ਜੇ ਚਾਹੇ। ਪ੍ਰਾਪਰਟੀ ਵੀ ਪੰਜਾਬ 'ਚ ਇੰਨੀ ਕੁ ਹੈਗੀ ਆ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਉਹਦੇ ਨਾਲ ਪੂਰੇ ਹੋ ਜਾਣਗੇ। ਮੈਂ ਤਾਂ ਪੰਜਾਬ ਹੀ ਨਹੀਂ ਕਹਿੰਦਾ, ਇੱਕ ਅੱਧੀ ਸਟੇਟ ਦੇ ਹੋਰ ਵੀ ਦੇ ਸਕਦੇ ਆ। ਜੇ ਹਿਮਾਚਲ ਦੀ ਗੱਲ ਕਰੀਏ, ਹਿਮਾਚਲ ਦਾ ਨਾਲ ਨਿਬੇੜ ਸਕਦੇ ਆ ਪੰਜਾਬ ਦੀ ਪ੍ਰਾਪਰਟੀ ਦੇ ਨਾਲ। ਕੁੱਲ ਪੰਜਾਬ ਦੇ ਵਿੱਚ ਕਿੰਨੇ ਇੱਕ ਪਰਿਵਾਰ ਨੇ, ਜਿਵੇਂ 25-30 ਦਾ ਜ਼ਿਕਰ ਕਰ ਰਹੇ ਹਾਂ, ਇਹ ਇੰਨੇ ਕੁ ਪਰਿਵਾਰਾਂ ਦੇ ਲਈ ਪੰਜਾਬ ਦੇ ਵਿੱਚ ਪ੍ਰਾਪਰਟੀ ਹੈ ਤੁਹਾਡੇ ਮੁਤਾਬਕ? ਪ੍ਰਾਪਰਟੀ ਹੈ ਪੰਜਾਬ ਦੇ ਵਿੱਚ 25 ਤੋਂ 30 ਲੱਖ ਪਾਲਿਸੀ ਹੈ। ਜੇ ਆਪਾਂ ਗੱਲ ਕਰੀਏ ਕਿ 20 ਕੁ ਲੱਖ ਪਰਿਵਾਰ ਤਾਂ ਹੈਗਾ ਹੀ ਹੋਗਾ, ਕਿਉਂਕਿ ਕਿਸੇ ਦੀ ਇੱਕ ਪਾਲਿਸੀ ਹੈ, ਹਨਾ, ਕਿਸੇ ਦੀਆਂ ਦੋ ਵੀ ਹੋ ਸਕਦੀਆਂ ਨੇ। ਤੇ ਜਿੰਨਾ ਕੁ ਪੈਸਾ 8 ਤੋਂ 10 ਹਜ਼ਾਰ ਕਰੋੜ ਰੁਪਏ ਦੇ ਵਿੱਚ ਅਸੀਂ ਇਹਦਾ ਆਈਡੀਆ ਲਾਉਂਦੇ ਹਾਂ। ਤੇ ਨਾਲ ਹੀ ਜੇ ਪ੍ਰਾਪਰਟੀ ਦੀ ਵੈਲੂਏਸ਼ਨ ਦੇਖੀਏ ਤਾਂ ਘੱਟੋ ਘੱਟ 12 ਤੋਂ 15 ਹਜ਼ਾਰ ਕਰੋੜ ਰੁਪਏ ਦੀ ਪੰਜਾਬ ਦੇ ਵਿੱਚ ਪ੍ਰਾਪਰਟੀ ਹੈ। ਜੇ ਇਮਾਨਦਾਰੀ ਨਾਲ ਵਿਕੇ, ਜੇ ਉਹ ਵੇਚਣ ਵਿੱਚ ਵੀ ਬੇਈਮਾਨੀ ਹੋ ਗਈ ਤਾਂ ਸ਼ਾਇਦ ਇਹ ਮੁੱਲ ਘਟ ਸਕਦਾ। ਕਿਉਂਕਿ ਅੱਜ ਕੀ ਹੁੰਦਾ, ਸਰਕਾਰ ਦਾ ਰੇਟ ਹੁੰਦਾ ਸਰਕਲ ਰੇਟ ਜਿਹੜਾ ਹੁੰਦਾ ਉਹ ਕੁਝ ਹੋਰ ਹੁੰਦਾ ਤੇ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੁੰਦਾ ਉਹ ਕੁਝ ਹੋਰ ਹੁੰਦਾ। ਜੇ ਕਿਤੇ ਪ੍ਰਾਪਰਟੀ ਵੇਚਣ 'ਚ ਮਾਫੀਆ ਆ ਗਿਆ ਫਿਰ ਪ੍ਰੋਬਲਮ ਆਜੂ। ਜੇ ਇਮਾਨਦਾਰੀ ਰੱਖੀ ਸਰਕਾਰ ਨੇ ਤਾਂ ਪੈਸੇ ਪੂਰੇ ਕਰ ਜੂਗੀ। ਪੰਜਾਬ ਸਰਕਾਰ ਕਹਿ ਰਹੀ ਹੈ ਵੀ ਜਿਹੜੀਆਂ ਜ਼ਮੀਨਾਂ ਨੇ ਉਹ ਅਕਵਾਇਰ ਕਰਕੇ ਪੀੜਤਾਂ ਦਾ ਜਿਹੜਾ ਪੈਸਾ ਵਾਪਸ ਹੋਏਗਾ। ਤੁਸੀਂ ਸੰਘਰਸ਼ ਕਰ ਰਹੇ ਹੋ ਪੂਰੇ ਦੇਸ਼ ਦੇ ਜਿਹੜੇ ਪਰਲ ਪੀੜਤ ਨੇ, ਬਾਕੀਆਂ ਦੇ ਲਈ ਇਨਸਾਫ ਕਦੋਂ? ਦੇਖੋ, ਵੈਸੇ ਤਾਂ ਇਹ ਕੰਮ ਸੀਗਾ ਕੇਂਦਰ ਸਰਕਾਰ ਦਾ, ਮੋਦੀ ਸਰਕਾਰ ਦਾ, ਪਰ ਮੋਦੀ ਨੇ ਕਦੇ ਇਸ ਤੇ ਸੀਰੀਅਸ ਨਹੀਂ ਲਿਆ। ਕਿਉਂਕਿ ਜਿੰਨੇ ਵੀ ਐਜੀਟੇਸ਼ਨ ਹੋਇਆ, ਮੂਵਮੈਂਟ ਹੋਈ ਆ, ਉਹ ਕੇਂਦਰ ਦੇ ਖਿਲਾਫ ਹੋਈ ਆ। ਤੇ ਪਰ ਕਦੇ ਵੀ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਨੇ ਇਸ ਮਸਲੇ ਤੇ ਸੀਰੀਅਸ ਨਹੀਂ ਲਿਆ। ਪਰ ਅਸੀਂ ਇੱਕ ਗੱਲ ਇਹ ਸੋਚਦੇ ਆ, ਕੋਈ ਵੀ ਸਟੇਟ ਜੇ ਪਹਿਲ ਕਰਦੀ ਆ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2017 ਚ ਮੈਂ ਪਾਰਲੀਮੈਂਟ ਅੰਦਰ ਜਾ ਕੇ ਡਾਕਟਰ ਧਰਮਵੀਰ ਗਾਂਧੀ ਜੀ ਤੇ ਮੈਂ ਦੋਨੇ ਜੇਤਲੀ ਸਾਹਿਬ ਨੂੰ ਮਿਲੇ ਸੀ ਪਾਰਲੀਮੈਂਟ ਦੇ ਅੰਦਰ। ਤਾਂ ਉਹਨਾਂ ਨੇ ਉਸ ਟਾਈਮ ਸਾਨੂੰ ਵੀ ਕਿਹਾ ਸੀ ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਪੀਚ ਵੀ ਦਿੱਤੀ ਸੀ ਕਿ ਸਟੇਟ ਸਰਕਾਰਾਂ ਇਸ ਮੁੱਦੇ ਤੇ ਪਹਿਲ ਕਰਨ। ਪਰ ਕਿਸੇ ਵੀ ਸਟੇਟ ਸਰਕਾਰ ਨੇ ਇਸ ਮੁੱਦੇ ਤੇ ਪਹਿਲ ਨਹੀਂ ਕਰੀ। ਜੇ ਅੱਜ ਪਹਿਲੀ ਵਾਰ ਪੰਜਾਬ ਦੀ ਸਰਕਾਰ ਪਹਿਲ ਕਰਦੀ ਆ ਤਾਂ ਦੂਸਰੇ ਰਾਜਾਂ ਦੀਆਂ ਸਰਕਾਰਾਂ ਲਈ ਵੀ ਇੱਕ ਚੰਗਾ ਮੈਸੇਜ ਜਾਊਗਾ। ਕਿਉਂਕਿ ਪ੍ਰਾਪਰਟੀ ਲਗਭਗ ਸਾਰੀਆਂ ਸਟੇਟਾਂ 'ਚ ਪਈ ਆ। ਚਲੋ ਕਿਤੇ ਥੋੜੀ ਬਹੁਤੀ ਘੱਟ ਵੱਧਦੀ ਹੋ ਜੂਗੀ, ਪਰ ਪ੍ਰਾਪਰਟੀ ਹਰ ਸਟੇਟ 'ਚ। ਤੇ ਜੇ ਆਪਾਂ ਦਿੱਲੀ ਦਾ ਜ਼ਿਕਰ ਕਰੀਏ, ਦਿੱਲੀ 'ਚ ਸਭ ਤੋਂ ਜ਼ਿਆਦਾ ਜਾਇਦਾਦ ਆ। ਜੇ ਦਿੱਲੀ ਵਾਲੀ ਪ੍ਰਾਪਰਟੀ ਮੈਨੂੰ ਲੱਗਦਾ ਵੀ ਅੱਧੇ ਭਾਰਤ ਦਾ ਪੈਸਾ ਮੋੜ ਸਕਦੀ ਹੈ। ਇਸ ਲਈ ਦੂਜੀਆਂ ਸਟੇਟਾਂ ਲਈ ਰਾਹ ਪੱਧਰਾ ਕਰਕੇ ਜਾਊਗਾ ਭਗਵੰਤ ਮਾਨ, ਤੇ ਇਹ ਇੱਕ ਚੰਗਾ ਮੈਸੇਜ ਜਾਊਗਾ। ਇਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿਉਂਕਿ ਜਿਹੜੀ ਪਰਲ ਕੰਪਨੀ ਆ ਇਹ ਪੰਜਾਬ ਤੋਂ ਚੱਲੀ, ਇਹਦਾ ਮਾਲਕ ਪੰਜਾਬ ਦਾ, ਤੇ ਸ਼ੁਰੂਆਤ ਜੇ ਪੰਜਾਬ ਕਰਦੀ ਆ ਤਾਂ ਇਹ ਪੂਰੇ ਜਿਹੜੇ ਦੇਸ਼ 'ਚ ਪੰਜਾਬੀਆਂ ਵੱਲੋਂ ਚੰਗਾ ਸੁਨੇਹਾ ਜਾਊਗਾ। ਖਾਸ ਤੌਰ ਤੇ ਜ਼ਿਕਰ ਇਹ ਵੀ ਹੈ ਵੀ ਹੁਣ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਹੈਗੀ ਹੈ, ਤੇ ਇਸ ਤੋਂ ਪਹਿਲਾਂ ਕਈ ਵਾਰ ਭਰੋਸੇ ਤੁਹਾਨੂੰ ਪਿਛਲੀਆਂ ਸਰਕਾਰਾਂ ਨੇ ਵੀ ਦਿੱਤੇ। ਸੰਘਰਸ਼ ਤੁਸੀਂ 8-9 ਸਾਲ ਤੋਂ ਕਰ ਰਹੇ ਹੋ। ਹੁਣ ਤੁਹਾਨੂੰ ਲੱਗਦਾ ਵੀ ਇਹ ਇੱਕ ਜੁਮਲਾ ਨਹੀਂ ਹੈ, ਇਹ ਹਕੀਕਤ ਹੈ? ਹਕੀਕਤ ਨੂੰ ਅਮਲੀ ਜਾਮਾ ਵੀ ਮਿਲੇਗਾ ਜਿਵੇਂ ਭਗਵੰਤ ਮਾਨ ਜੀ ਨੇ ਜ਼ਿਕਰ ਕੀਤਾ? ਦੇਖੋ, ਗੱਲ ਤਾਂ ਹੈਗੀ ਹੁੰਦੀ ਆ ਦ੍ਰਿੜਤਾ ਤੇ, ਬੰਦੇ ਦੀ ਸੋਚ ਤੇ। ਪਰ ਮੈਂ ਇੱਕ ਗੱਲ ਕਹੂੰਗਾ ਵੀ ਜਿਹੜੇ ਦੂਜੀਆਂ ਸਰਕਾਰਾਂ ਸੀ ਜਾਂ ਦੂਜੀਆਂ ਪਾਰਟੀਆਂ ਸੀ, ਜੇ ਉਹਨਾਂ ਨੇ ਅੱਜ ਸੀਰੀਅਸ ਲਏ ਹੁੰਦੇ ਮੁੱਦੇ ਪੰਜਾਬ ਦੇ, ਤਾਂ ਅੱਜ ਉਹਨਾਂ ਦਾ ਇਹ ਹਸਰ ਨਾ ਹੁੰਦਾ। ਤੇ ਭਗਵੰਤ ਮਾਨ ਉਹਨਾਂ ਵਾਲੀ ਗਲਤੀ ਨਹੀਂ ਦੁਹਰਾਊਗਾ। ਔਰ ਭਗਵੰਤ ਮਾਨ ਵਾਕਈ ਇਸ ਮੁੱਦੇ ਤੇ ਸੀਰੀਅਸ ਆ, ਇੰਨਾ ਕੁ ਸਾਨੂੰ ਪਤਾ ਵਾ। ਪਰ ਬਸ ਇਹ ਆ ਵੀ ਉਹ ਕਰਨ ਦਾ ਤਰੀਕਾ ਕੰਮ ਉਹਦਾ ਕੀ ਆ, ਇਹ ਸਮਾਂ ਦੱਸੂਗਾ। ਤੇ ਅੱਜ ਦੀ ਡੇਟ 'ਚ ਵਿਸ਼ਵਾਸ ਕੀਤਾ ਜਾ ਸਕਦਾ। ਠੀਕ ਆ ਵੀ ਕਈ ਗੱਲਾਂ 'ਚ ਲੋਕ ਉਹ ਤੋਂ ਬੇਮੁਖ ਹੋ ਗਏ 3 ਮਹੀਨਿਆਂ 'ਚ ਹੀ। ਪਰ ਇੱਥੇ ਸਾਡੀ ਜਥੇਬੰਦੀ ਨੇ ਇਹ ਵੀ ਫੈਸਲਾ ਕੀਤਾ ਵੀ ਅਸੀਂ ਸਰਕਾਰ ਨੂੰ ਕੁਝ ਟਾਈਮ ਦੇਵਾਂਗੇ, ਇਹਦੇ ਖਿਲਾਫ ਕੋਈ ਐਜੀਟੇਸ਼ਨ ਨਹੀਂ ਕਰਾਂਗੇ। ਕਿਉਂਕਿ ਅਸੀਂ ਪ੍ਰੋਗਰਾਮ ਰੱਖ ਲਿਆ ਸੀ ਕੈਬਨਿਟ ਮੰਤਰੀਆਂ ਦਾ ਘਰਾਓ, ਪਰ ਫਿਰ ਜਥੇਬੰਦੀ ਦੀ ਕੋਰ ਕਮੇਟੀ ਨੇ ਇਹ ਫੈਸਲਾ ਕੀਤਾ ਵੀ ਨਹੀਂ, ਜਲਦਬਾਜ਼ੀ 'ਚ ਨਹੀਂ, ਕਿਉਂਕਿ ਸਰਕਾਰ ਪਹਿਲੀ ਵਾਰ ਇਹ ਲੋਕ ਸੱਤਾ 'ਚ ਆਏ ਆ, ਇਹਨਾਂ ਨੂੰ ਸਮਝਣ ਦਾ ਮੌਕਾ ਚਾਹੀਦਾ। ਤੇ ਇਸੇ ਲਈ ਨਹੀਂ ਫਿਰ ਇਹ ਕੁਝ ਕਰਨਗੇ। ਫਿਰ ਕੁਝ ਸਮੇਂ ਬਾਅਦ ਪੰਜਾਬ ਦੇ ਵਿੱਚ ਜਿੱਦਾਂ ਦੂਜੀਆਂ ਆਰਗੇਨਾਈਜੇਸ਼ਨ ਐਜੀਟੇਸ਼ਨ ਕਰਦੀਆਂ ਨੇ, ਤੇ ਇਨਸਾਫ ਦੀ ਆਵਾਜ਼ ਵੀ ਇਹਨਾਂ ਦੇ ਖਿਲਾਫ ਐਜੀਟੇਸ਼ਨ ਕਰੂਗੀ। ਤੁਹਾਡੀ ਜਥੇਬੰਦੀ ਦਾ ਕੋਈ ਨੁਮਾਇੰਦਾ ਜਾਂ ਕੋਈ ਵਰਕਰ ਹੈਗਾ ਪਰਲ ਪੀੜਤ ਇਸ ਕੈਂਪੇਨ ਦੇ ਦੌਰਾਨ ਭਗਵੰਤ ਮਾਨ ਦੇ ਅੱਗੇ ਗੱਲ ਰੱਖੀ ਹੋਵੇ? ਦੇਖੋ, ਜਦੋਂ ਇਲੈਕਸ਼ਨ ਸੀਗੀ, ਇਨਸਾਫ ਦੀ ਆਵਾਜ਼ ਜਥੇਬੰਦੀ ਨੇ ਪਰਲ ਪੀੜਤਾਂ ਨੂੰ
ਮੈਸੇਜ ਪਹੁੰਚਾਇਆ ਸੀ ਕਿ ਤੁਸੀਂ ਆਪਣੇ ਹਲਕੇ ਤੋਂ ਚੋਣ ਲੜ ਰਹੇ ਹਰ ਪਾਰਟੀ ਦੇ ਕੈਂਡੀਡੇਟ ਨੂੰ ਮੰਗ ਪੱਤਰ ਦੇਵੋ ਔਰ ਹਰ ਥਾਵੇਂ ਮਾਝਾ ਦਬਾਬਾ ਮਾਲਵਾ ਹਰ ਥਾਵੋਂ ਉੱਥੋਂ ਦੇ ਹੀ ਪੀੜਤ ਲੋਕਾਂ ਨੇ ਆਪਣੇ ਨੁਮਾਇੰਦੇ ਨੂੰ ਮੰਗ ਪੱਤਰ ਦਿੱਤੇ। ਉਸ ਤੋਂ ਬਾਅਦ ਜਿੱਤ ਹਾਰ ਹੋਈ, ਜਿਹੜੇ ਜਿੱਤ ਗਏ ਉਹ ਸੱਤਾ 'ਚ ਆ ਗਏ। ਹੁਣ ਜਿੱਤਣ ਤੋਂ ਬਾਅਦ ਸਾਰੇ ਪੰਜਾਬ ਦੇ ਐਮਐਲਏ ਸਾਹਿਬਾਨਾਂ ਨੂੰ ਦੁਬਾਰਾ ਮੰਗ ਪੱਤਰ ਦੇ ਦਿੱਤੇ ਗਏ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ, ਚੀਫ ਸੈਕਟਰੀ ਨੂੰ ਮੈਂ ਲੈਟਰ ਕੱਢ ਚੁੱਕਿਆ ਇਸ ਮੁੱਦੇ ਪ੍ਰਤੀ ਔਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਜਾ ਕੇ ਲੈਟਰ ਦੇ ਦਿੱਤੇ ਆ। ਹੁਣ ਅਸੀਂ ਤੇ ਸਾਡੀ ਜਥੇਬੰਦੀ ਇਹ ਨਹੀਂ ਸਮਝਦੀ ਕਿ ਇਲੈਕਸ਼ਨ ਪ੍ਰਚਾਰ ਦੌਰਾਨ ਦੁਬਾਰਾ ਇਹਨਾਂ ਨੂੰ ਕਿਹਾ ਜਾਵੇ, ਕਿਉਂਕਿ ਇਹ ਇਲੈਕਸ਼ਨ ਆ। ਇਸ ਟਾਈਮ ਤਾਂ ਸਾਰੇ ਗਧੇ ਨੂੰ ਬਾਪੂ ਕਹਿੰਦੇ ਆ, ਪਰ ਸਾਡੀ ਜਥੇਬੰਦੀ ਇਹ ਵੀ ਔਨ ਜਿਹੜਾ ਦਿੱਲੀ ਦੇ ਪ੍ਰੋਗਰਾਮ ਨੇ ਇਹਨਾਂ ਦੀ ਪਾਰਟੀ ਦੇ, ਜਿੱਥੇ ਵੀ ਇਹਨਾਂ ਦੇ ਆਗੂ ਸਾਹਿਬਾਨ ਜਾਂਦੇ ਆ ਉਹ ਇਹ ਮੁੱਦੇ ਪ੍ਰਤੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਦੇ ਧਿਆਨ 'ਚ ਆ। ਆਮ ਆਦਮੀ ਪਾਰਟੀ ਤਾਂ ਛੱਡੋ, ਬੀਜੇਪੀ ਦਾ ਜਿਹੜਾ ਜਿੱਤਿਆ, ਜੇ ਕੋਈ ਵੈਸੇ ਜਿੱਤਿਆ ਨਹੀਂ, ਕਾਂਗਰਸ ਤੇ ਅਕਾਲੀ ਦਲ ਦੇ ਸਾਰਿਆਂ ਹੀ ਐਮਐਲਏ ਸਾਹਿਬਾਨ ਨੂੰ ਮੰਗ ਪੱਤਰ ਗਏ ਆ ਵੀ ਸੱਤਾਧਾਰੀਆਂ ਨੂੰ ਇਹ ਗਏ ਆ ਵੀ ਤੁਹਾਡਾ ਫਰਜ਼ ਬਣਦਾ, ਵਿਰੋਧੀ ਧਿਰ ਨੂੰ ਇਹ ਕਿਹਾ ਗਿਆ ਮੰਗ ਪੱਤਰ ਦੇ ਕੇ ਕਿ ਤੁਹਾਡਾ ਫਰਜ਼ ਬਣਦਾ ਇਹ ਮੁੱਦਾ ਵਿਧਾਨ ਸਭਾ ਚ ਚੱਕੋ। ਸ਼ਾਇਦ ਮੇਰੇ ਹਿਸਾਬ ਨਾਲ ਸਰਕਾਰ ਦੇ ਕੋਲ ਵੀ ਡਾਟਾ ਨਾ ਹੋਵੇ, ਤੁਸੀਂ ਪਹੁੰਚ ਕਿਵੇਂ ਕੀਤੀ? ਦੇਖੋ, ਇਹਦੇ ਲਈ ਇਹ ਹੈ ਵੀ ਇਹ ਜਿਹੜੀ ਕੰਪਨੀ ਸੀ ਇਹ 1983 ਤੋਂ ਚੱਲੀ। ਇਹਦੇ 'ਚ ਲੋਕਾਂ ਨੂੰ ਵਿਆਜ ਵਧੀਆ ਮੁਨਾਫਾ ਮਿਲਦਾ ਸੀ, ਜ਼ਿਆਦਾ ਵੀ ਨਹੀਂ ਸੀ ਮਿਲਦਾ। ਮੈਂ ਜੇ ਇੱਕ ਗੱਲ ਕਹਾਂ, ਬੈਂਕ ਤੇ ਡਾਕਖਾਨਾ 7 ਸਾਲ 'ਚ ਡਬਲ ਕਰਦਾ ਸੀ, ਇਹ 5 ਸਾਲ 'ਚ ਡਬਲ ਕਰਦੇ ਸੀ, ਕਿਉਂਕਿ ਇਹਨਾਂ ਦਾ ਪੈਸਾ ਜ਼ਮੀਨ ਤੇ ਲੱਗਦਾ ਸੀ, ਯਾਨੀ ਲੋਕਾਂ ਤੋਂ ਆਇਆ ਹੋਇਆ ਪੈਸਾ ਰੀਅਲ estate 'ਚ ਲੱਗਦਾ ਸੀ ਤੇ ਪ੍ਰਾਪਰਟੀਆਂ ਖਰੀਦਦੇ ਸੀ। ਲੋਕਾਂ ਨੂੰ ਵਿਸ਼ਵਾਸ ਬਣਦਾ ਸੀ ਇਹਨਾਂ ਦੇ ਪ੍ਰੋਜੈਕਟ ਨੇ ਹਰ ਸ਼ਹਿਰ 'ਚ, ਜੇ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਚੱਲੀਏ, ਹਰ ਸ਼ਹਿਰ 'ਚ ਇਹਨਾਂ ਦੀ ਪ੍ਰਾਪਰਟੀ ਆ, ਹਰ ਸ਼ਹਿਰ 'ਚ ਇਹਨਾਂ ਦੀਆਂ ਕਲੋਨੀਆਂ ਨੇ, ਸਿਟੀਜ਼ ਨੇ, ਜਿਵੇਂ ਮੋਹਾਲੀ, ਜੀਰਕਪੁਰ, ਬਠਿੰਡਾ, ਲੁਧਿਆਣਾ, ਪਟਿਆਲਾ ਵੀ ਇਹਨਾਂ ਦੀ ਸਿਟੀ ਸੀ ਜਿਹੜੀ ਇਹਨਾਂ ਨੇ ਕੰਪਲੀਟ ਤਿਆਰ ਕਰਕੇ ਵੇਚਤੀ। ਤਾਂ ਇਹਨਾਂ ਦਾ ਜਿਹੜਾ ਰਿਕਾਰਡ ਸੀਗਾ, ਜਿਹੜਾ ਸਾਡੇ ਕੋਲੇ ਆਇਆ, ਇਹਨਾਂ 'ਚ ਏਜੰਟ ਸੀਗੇ ਕੁਝ ਜਿਹੜੇ ਸਾਥੀ, ਉਹਨਾਂ ਕੋਲੇ ਵੱਡਾ ਰਿਕਾਰਡ ਸੀਗਾ। ਉਹ ਤੋਂ ਹਟ ਕੇ ਜਦੋਂ ਇਹ ਮਸਲਾ ਭਖਿਆ ਤਾਂ ਅਸੀਂ ਪਿੰਡ ਜਾ ਕੇ ਜਾਂ ਅਲੱਗ-ਅਲੱਗ ਸ਼ਹਿਰਾਂ 'ਚ ਜਾ ਕੇ ਇਸ ਵਿਸ਼ੇ ਨਾਲ ਸੰਬੰਧਿਤ ਜਿਹੜੇ ਲੋਕ ਪੀੜਤ ਸੀ ਉਹਨਾਂ ਨੂੰ ਟੱਚ ਕਰਿਆ, ਉਹ ਤੋਂ ਗਾਹਾਂ ਅਗਲੇ ਦਾ ਲਿੰਕ ਲਿਆ ਤਾਂ ਅਸੀਂ ਇਹ ਲੜਾਈ ਸ਼ੁਰੂ ਕਰਤੀ। ਪਰ ਜਿਹੜੀ ਤੁਸੀਂ ਅੱਜ 30 ਲੱਖ ਦੀ ਗੱਲ ਕਰਦੇ ਹੋ, ਜਿਹੜਾ ਅੱਜ ਸਾਡੇ ਕੋਲੇ ਡਾਟਾ ਵਾ, ਉਹ ਇਸ ਕੰਪਨੀ ਦਾ ਜਿਹੜਾ ਹੈੱਡ ਕੁਆਟਰ ਸੀਗਾ ਦਿੱਲੀ, ਉੱਥੇ ਸਾਰੀ ਇਹਨਾਂ ਦਾ ਆਪਦਾ ਰਿਕਾਰਡ ਸੀਗਾ ਵੀ ਕਿਹਨੇ ਕਿੰਨੇ ਪੈਸੇ ਦਿੱਤੇ, ਉਹਨੂੰ ਕਿੰਨੀ ਤਰੀਕ ਨੂੰ ਕਿੰਨੇ ਮੋੜਨੇ ਸੀ ਜਾਂ ਕਿੰਨੇ ਮੋੜ ਦਿੱਤੇ। ਉਹ ਸਾਰਾ ਜਦੋਂ CBI ਨੇ ਰੇਡ ਮਾਰੀ ਤਾਂ CBI ਨੇ ਆਪਦੇ ਕਬਜ਼ੇ 'ਚ ਲਿਆ। ਤਾਂ ਉਹ ਜਿਹੜਾ ਹਾਰਡ ਡਿਸਕ ਇਹਨਾਂ ਦੀ ਕੰਪਿਊਟਰਾਂ ਦੇ ਵਿੱਚੋਂ ਲਈ, ਉਹਦੀ ਹੀ ਇੱਕ ਕਾਪੀ ਸਾਡੇ ਹੱਥ ਲੱਗ ਗਈ। ਉਹਦੇ 'ਚੋਂ ਸਾਡੇ ਕੋਲੇ ਸਾਰਾ ਡਾਟਾ ਹੈਗਾ ਵੀ ਕਿਹਦੇ ਕਿੰਨੇ ਪੈਸੇ ਨੇ, ਕਿੰਨੀ ਡੇਟ ਨੂੰ ਉਹਨੇ ਦਿੱਤੇ ਆ, ਕਵੇਂ ਦਿੱਤੇ ਆ, ਕਿਸ਼ਤਾਂ 'ਚ ਦਿੱਤੇ ਜਾਂ ਇਕੱਠੇ ਦਿੱਤੇ, ਕਿੰਨੀ ਤਰੀਕ ਨੂੰ ਉਹਨੂੰ ਮਿਲਣੇ ਸੀ ਔਰ ਕਿੰਨੇ ਮਿਲਣੇ ਸੀ। ਉਹ ਪੂਰੇ ਦੇਸ਼ ਦਾ 5 ਕਰੋੜ 85 ਲੱਖ ਡਾਟਾ ਸਾਡੇ ਕੋਲੇ ਹੈਗਾ। ਜ਼ਿਆਦਾਤਰ ਲੋਕਾਂ ਦੇ ਸਾਡੇ ਕੋਲੇ ਫੋਨ ਨੰਬਰ ਜਾ ਗਏ, ਕੁਝ ਦੇ ਐਡਰੈਸ ਆ ਗਏ, ਤੇ ਜੇ ਕੱਲ ਨੂੰ ਆਪਾਂ ਪਹੁੰਚ ਕਰਾਂਗੇ ਤਾਂ ਉਹਨਾਂ ਦੇ ਦਰਵਾਜ਼ੇ 'ਚ ਜਾ ਕੇ ਖੜ ਸਕਦੇ ਆ ਵੀ ਆ ਇਸ ਘਰ ਦੇ ਪੈਸੇ ਲੱਗੇ ਆ। ਅਸੀਂ ਪ੍ਰੋਗਰਾਮ ਕੀਤੇ ਆ, ਬਹੁਤ ਲੋਕ ਪਰੇਸ਼ਾਨ ਹੁੰਦੇ ਨੇ, ਬਹੁਤ ਰੋਂਦੇ ਵੀ ਨੇ ਵੀ ਪੈਸੇ ਦੇ ਲਈ ਕੋਈ ਕਿਸੇ ਨੂੰ ਤਾਨੇ ਮੇਣੇ ਮਾਰਦਾ ਹੈ, ਪਰ ਅਲਟੀਮੇਟਲੀ ਹੁਣ ਜਦੋਂ ਕੋਈ ਕਿਸੇ ਕੋਲ ਗੁਹਾਰ ਲਗਾਉਂਦਾ ਹੈ, ਕੋਈ ਸਰਕਾਰ ਤੱਕ ਪਹੁੰਚ ਨਾ ਕਰ ਸਕਦਾ ਹੋਵੇ, ਮੀਡੀਆ ਤੱਕ ਨਾ ਪਹੁੰਚ ਕਰ ਸਕਦਾ ਹੋਵੇ, ਫਿਰ ਮਹਿੰਦਰਪਾਲ ਸਿੰਘ ਦਾਨਗੜ੍ਹ ਤੱਕ ਅਪਰੋਚ ਕਿਵੇਂ ਹੁੰਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦੇ 70 ਲੱਖ ਏਜੰਟ ਸੀਗੇ, 70 ਲੱਖ। ਔਰ ਜਿਹੜੇ ਏਜੰਟ ਸੀ ਜਿਹਦੇ ਕੋਲੇ ਜਾਂਦੇ ਸੀ, ਮੰਨ ਲਓ ਮੇਰੇ ਕੋਲੇ ਆ ਗਏ, ਮੈਨੂੰ ਸੇਵਿੰਗ ਲਈ ਤਿਆਰ ਕਰ ਲਿਆ, ਮੈਂ ਕਹਤਾ ਜੀ ਮੈਂ 2 ਲੱਖ ਲਾਉਂ, ਉਹਨਾਂ ਨੇ ਮੈਨੂੰ ਹੀ ਏਜੰਟ ਬਣਾ ਦਿੱਤਾ ਕਿ ਤੁਹਾਡੇ 2 ਲੱਖ ਦਾ ਕਮਿਸ਼ਨ ਤੁਸੀਂ ਹੀ ਲੈਣਾ ਵਾ। ਜਦੋਂ ਮੈਨੂੰ ਮੇਰੇ 2 ਲੱਖ ਦੇ ਵਿੱਚੋਂ 10,000 ਰੁਪਇਆ ਮੈਨੂੰ ਮਿਲ ਗਿਆ, ਫਿਰ ਮੈਂ ਸੋਚਿਆ ਵੀ ਪੈਸੇ ਤਾਂ ਮੇਰੇ ਦੁੱਗਣੇ ਹੋ ਹੀ ਜਾਣੇ ਆ, ਮੈਨੂੰ 4 ਲੱਖ ਵੀ ਮਿਲਣਾ, ਨਾਲ ਮੈਨੂੰ 10,000 ਹੋ ਗਿਆ। ਫਿਰ ਮੈਂ ਤੁਹਾਡੇ ਕੋਲੇ ਗਿਆ, ਫਿਰ ਮੈਂ ਉੱਦਾਂ ਗਿਆ, ਇੱਦਾਂ ਗਿਆ। ਇਹ ਜਿਹੜੀ ਇਨਵੈਸਟਮੈਂਟ ਹੋਈ ਆ ਵੱਡੀ ਗਿਣਤੀ 'ਚ ਇੱਦਾਂ ਹੋਈ ਆ। ਹਰ ਜ਼ਿਲ੍ਹੇ 'ਚ, ਹਰ ਬਲਾਕ 'ਚ ਸਾਡਾ ਨੁਮਾਇੰਦਾ ਬੈਠਾ ਸੀ, ਯੂਨੀਅਨ ਬਣਾਈ ਆ, ਇਹਨਾਂ ਲੋਕਾਂ ਨੂੰ ਹੀ ਲੈ ਕੇ ਬਣਾਈ ਆ, ਔਰ ਉੱਥੇ ਲੋਕ ਪਹੁੰਚ ਕਰਦੇ ਆ, ਜੁੜੇ ਆ ਸਾਡੇ ਨਾਲ। ਮੈਂ ਕਈ ਵਾਰ ਕਰਨਾਟਕਾ ਦੀ ਭਾਸ਼ਾ 'ਚ, ਮਹਾਰਾਸ਼ਟਰ ਦੇ ਵਿੱਚੋਂ ਮਰਾਠੀ ਭਾਸ਼ਾ 'ਚ ਮੈਨੂੰ ਫੋਨ ਆਉਂਦੇ ਆ, ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਤੁਹਾਡੀ ਲੈਂਗੁਏਜ ਜਿਹੜੀ ਹੈਗੀ ਆ ਸਮਝ ਨਹੀਂ ਆਉਂਦੀ, ਤੇ ਪਰ ਮੈਂ ਤੁਹਾਡੀ ਭਾਵਨਾ ਸਮਝ ਗਿਆ। ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਜਿਹਨੂੰ ਹਿੰਦੀ ਆਉਂਦੀ ਆ ਤੁਸੀਂ ਉਹਦੇ ਨਾਲ ਮੇਰੀ ਗੱਲ ਕਰਾਓ। ਫਿਰ ਉਹ ਮੈਨੂੰ ਕਰਾਉਂਦੇ ਆ, ਫਿਰ ਮੈਂ ਉਹਨਾਂ ਨੂੰ ਦੱਸਦਾ ਵੀ ਅਸੀਂ ਲੜ ਰਹੇ ਹਾਂ, ਤੁਹਾਡੇ ਪੈਸੇ ਮਿਲਣਗੇ, ਪਰ ਤੁਸੀਂ ਥੋੜ੍ਹਾ ਜਿਹਾ ਸਾਡਾ ਸਾਥ ਦੇਵੋ।
ਅੱਛਾ, ਮਹਾਰਾਸ਼ਟਰ ਦਾ ਜ਼ਿਕਰ ਕੀਤਾ, ਪੂਰੇ ਪੰਜਾਬ ਦੇ ਵਿੱਚ ਹੈ, ਪੰਜਾਬ ਦੇ ਲੋਕਾਂ ਨੂੰ ਪੈਸਾ ਮਿਲ ਜਾਏਗਾ, ਸੰਘਰਸ਼ ਅਜੇ ਵੀ ਤੁਹਾਡਾ ਜਾਰੀ ਰਹੇਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੈਗਾ। ਅੱਛਾ, ਉਹਨਾਂ ਪਰਿਵਾਰਾਂ ਤੱਕ ਤੁਸੀਂ ਕਿਵੇਂ ਪਹੁੰਚ ਕਰਦੇ ਹੋ? ਹੁਣ ਤੱਕ ਪੰਜਾਬ ਤੋਂ ਇਲਾਵਾ ਦੂਜੀਆਂ ਸਟੇਟਸ ਦੇ ਵਿੱਚ ਪ੍ਰੋਟੈਸਟ ਕਿਵੇਂ ਰਿਹਾ? ਕੀ ਕੁਝ ਹੁਣ ਤੱਕ ਤੁਸੀਂ ਦੂਜੀਆਂ ਸਟੇਟ ਦੇ ਵਿੱਚ ਸੰਘਰਸ਼ ਕੀਤੀ ਹੈ ਇਨਸਾਫ ਦੀ ਆਵਾਜ਼ ਜਥੇਬੰਦੀ ਨੇ? ਦੇਖੋ, ਸਭ ਤੋਂ ਪਹਿਲੀ ਗੱਲ ਆ ਪਹੁੰਚ ਦੀ। ਅੱਜ ਦੇ ਦੌਰ 'ਚ ਤਾਂ ਸੋਸ਼ਲ ਮੀਡੀਆ ਵਾ। ਜਦੋਂ 2014 ਦੇ ਲਾਸਟ 'ਚ 15 ਦੇ ਸ਼ੁਰੂ 'ਚ ਸਾਡੇ ਧਿਆਨ 'ਚ ਇਹ ਮੁੱਦਾ ਆਇਆ, ਅਸੀਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉੱਤੇ ਫੇਸਬੁੱਕ ਤੇ ਵਟਸਐਪ ਤੇ ਮੈਸੇਜ ਪਾਏ, ਐਡ ਲਵਾਈ ਫੇਸਬੁੱਕ ਤੇ ਕਿ ਜਿਨ੍ਹਾਂ ਦੇ ਪੈਸੇ ਹੈਗੇ ਆ, ਔਰ ਪੂਰੇ ਦੇਸ਼ ਦੇ ਵਿੱਚੋਂ ਸਾਨੂੰ ਮੈਸੇਜ ਆਏ, ਔਰ ਮੈਸੇਜ ਆ ਕੇ ਅਸੀਂ ਇੱਕ ਕਾਲ ਦਿੱਤੀ, ਜੰਤਰ ਮੰਤਰ ਤੇ ਲੋਕ ਇਕੱਠੇ ਹੋਏ। ਉਸ ਤੋਂ ਬਾਅਦ ਹੌਲੀ ਸਾਰੇ ਲਿੰਕ ਬਣ ਗਏ। ਹੁਣ ਗੱਲ ਕਹੀਏ ਵੀ ਸੰਘਰਸ਼ ਦੀ, ਪਾਰਲੀਮੈਂਟ ਘੇਰਿਆ ਗਿਆ, ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਘੇਰੀ ਗਈ। ਹਰ ਸਟੇਟ ਚਾਹੇ ਉਹ ਰਾਜਸਥਾਨ ਹੋਵੇ, ਚਾਹੇ ਮਹਾਰਾਸ਼ਟਰ ਹੋਵੇ, MP ਹੋਵੇ, ਹਿਮਾਚਲ ਹੋਵੇ, ਜੰਮੂ ਕਸ਼ਮੀਰ ਹੋਵੇ, ਹਰਿਆਣਾ ਹੋਵੇ, ਹਰ ਸਟੇਟ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਾਂ ਨਾਲ ਲੋਕ ਜੁੜੇ ਤੇ ਉਸ ਤੋਂ ਬਾਅਦ ਸਰਕਾਰਾਂ ਨੇ ਉੱਥੋਂ ਦੀਆਂ ਨੇ ਭਰੋਸੇ ਦਿਵਾਏ ਕਿ ਅਸੀਂ ਇਸ ਮਸਲੇ ਦਾ ਹੱਲ ਕੱਢਾਂਗੇ। ਪਰ ਮੂਵਮੈਂਟ ਅੱਜ ਦੀ ਦੌਰ 'ਚ ਬਹੁਤ ਤੇਜ਼ ਹੈਗੀ ਆ। ਉਸ ਮੂਵਮੈਂਟ ਨੂੰ ਖੜਾ ਕਰਨ ਲਈ ਸਾਨੂੰ ਖਮਿਆਜਾ ਵੀ ਭੁਗਤਣਾ ਪਿਆ, ਪਰਚੇ ਵੀ ਹੋਏ ਸਾਡੇ ਤੇ, ਰੇਲਾਂ ਰੁਕੀਆਂ ਤੇ ਹੋਰ ਵੀ ਰੇਲਾਂ ਕਿੱਥੇ ਰੁਕੀਆਂ? ਰੇਲ ਪਟਿਆਲਾ ਰੁਕੀ, ਲੁਧਿਆਣਾ ਰੁਕੀ, MP 'ਚ ਸਾਗਰ ਰੁਕੀ ਤੇ ਦਿੱਲੀ ਦੇ ਵਿੱਚ ਰੁਕੀਆਂ ਤੇ ਕਈ ਥਾਵੇਂ ਮੁਕੱਦਮੇ ਹੋਏ, ਜਿਹੜੇ ਅੱਜ ਵੀ ਮੁਕੱਦਮੇ। ਰੋਡ ਤਾਂ ਹਰ ਸਟੇਟ ਦੇ ਵਿੱਚ, ਮੇਰੇ UP 'ਚ ਕਈ ਰੋਡ ਜੋ ਜਾਮ ਕੀਤੇ ਗਏ, ਪੰਜਾਬ ਦੇ ਵਿੱਚ ਕੀਤੇ ਗਏ। ਤੁਹਾਡੇ ਜੀਰਕਪੁਰ ਬਨੂੜ ਥਾਣੇ 'ਚ ਰੋਡ ਜਾਮ ਕਰਿਆ ਸੀ ਤੇ 452 ਦਾ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਮੁਕੱਦਮਾ ਦਿੱਤਾ ਸਾਡੇ ਤੇ, ਜਿਹੜਾ ਅਸੀਂ ਅੱਜ ਵੀ ਭੁਗਤ ਰਹੇ ਹਾਂ। ਸਾਨੂੰ ਉਮੀਦ ਹੈ ਕਿ ਉਸ ਦਰਗਾਹ 'ਚ ਇਹਨਾਂ ਲੋਕਾਂ ਦੀ ਫਰਿਆਦ ਆ ਜਿਹੜੀ ਸੁਣੀ ਜਾਊਗੀ ਔਰ ਸਰਕਾਰਾਂ ਇਹਨਾਂ ਦਾ ਮਸਲਾ ਹੱਲ ਕਰਨਗੀਆਂ। 30 ਲੱਖ ਜਾਂ 5 ਕਰੋੜ 85 ਲੱਖ ਪਰਿਵਾਰ, ਇੰਨਾ ਭਰੋਸਾ ਇੱਕ ਕੰਪਨੀ ਦੇ ਉੱਤੇ ਸੀ ਜਾਂ ਸਿਆਸਤ ਤੋਂ ਕੋਈ ਹੋਰ ਪ੍ਰੇਰਿਤ ਸੀਗਾ? ਹਾਂ, ਇਹ ਵੱਡੀ ਗੱਲ ਆ ਵੀ ਇਹ ਕੰਪਨੀ ਇੰਨੀ ਡਿਵੈਲਪ ਕਿਵੇਂ ਹੋਈ। ਇਸ ਕੰਪਨੀ ਨੂੰ ਪੋਲੀਟੀਕਲ ਲੋਕਾਂ ਦਾ ਬਹੁਤ ਵੱਡਾ ਸਹਾਰਾ ਸੀ। ਵੈਸੇ ਤਾਂ ਇੰਡੀਆ 'ਚ ਜਿਹੜੀ ਵੀ ਚੀਜ਼ ਦੀ ਡਿਵੈਲਪਮੈਂਟ ਹੁੰਦੀ ਆ ਉਹ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਹੇਠ ਹੁੰਦੀ ਹੈ। ਜੇ ਗੈਂਗਸਟਰਵਾਦ ਹੋਵੇ, ਡਰੱਗਸ ਹੋਵੇ, ਕੋਈ ਵੀ ਤਰ੍ਹਾਂ ਦਾ ਮਾਫੀਆ ਹੋਵੇ। ਇਸੇ ਤਰ੍ਹਾਂ ਇਹ ਚਿੱਟ ਫੰਡ ਮਾਫੀਆ, ਇਹਨੂੰ ਸਮੇਂ ਦੀਆਂ ਸਰਕਾਰਾਂ, ਜਦੋਂ ਕਾਂਗਰਸ ਸੱਤਾ 'ਚ ਸੀ ਉਦੋਂ ਇਹਨਾਂ ਨੂੰ ਵਿਰੋਧੀ ਧਿਰ ਵਾਲਾ ਅਰੁਣ ਜੇਤਲੀ ਸਪੋਰਟ ਕਰਦਾ ਰਿਹਾ। ਜਦੋਂ BJP ਸੱਤਾ 'ਚ ਆ ਗਈ ਤਾਂ ਕਾਂਗਰਸ ਦਾ ਕਪਲ ਸਿੱਬਲ ਉਹ ਇਹਨਾਂ ਦਾ ਲੀਗਲ ਐਡਵਾਈਜ਼ਰ ਰਿਹਾ। ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਹੈਲਪ ਕਰਦਾ ਰਿਹਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, 580 ਕਰੋੜ ਦੇ ਕੈਪਟਨ ਅਮਰਿੰਦਰ ਜੀ ਨੇ ਮੈਗਾ ਪ੍ਰੋਜੈਕਟ ਦਿੱਤੇ। ਕੈਪਟਨ ਅਮਰਿੰਦਰ ਸਿੰਘ ਜੀ ਦੇ OSD ਸੰਦੀਪ ਸੰਧੂ ਇਸ ਕੰਪਨੀ ਦੇ ਡਾਇਰੈਕਟਰ ਰਹੇ। ਪਰਲ ਕੰਪਨੀ ਦੀ ਇੱਕ ਅਲੱਗ ਤੋਂ ਕੰਪਨੀ ਸੀ, ਉਹਦੇ ਡਾਇਰੈਕਟਰ ਰਹੇ ਤੇ ਇਹਨੂੰ ਪ੍ਰਮੋਟ ਕੀਤਾ। ਇਹਨੂੰ ਅੱਜ ਦੇ ਰਾਜ ਸਭਾ ਮੈਂਬਰ ਜਿਹੜੇ ਹੈਗੇ ਆ ਕ੍ਰਿਕਟਰ ਆਮ ਆਦਮੀ ਪਾਰਟੀ ਦੇ, ਉਹ ਵੀ ਪ੍ਰਮੋਟ ਕਰਦੇ ਰਹੇ ਆ। ਇੱਕ ਕ੍ਰਿਕਟਰ ਵਾਲਾ ਰੇਟਲੀ ਸੀਗਾ ਕੋਈ ਵੱਡਾ ਸਟਾਰ, ਉਹ ਪ੍ਰਮੋਟ ਕਰਦਾ ਰਿਹਾ। ਅਕਸ਼ੇ ਕੁਮਾਰ ਪ੍ਰਮੋਟ ਕਰਦਾ ਰਿਹਾ। ਧੂਮਲ ਜੀ ਸੀਗੇ ਰਾਜਸਥਾਨ ਦੇ, ਹਿਮਾਚਲ ਦੇ ਮੁੱਖ ਮੰਤਰੀ, ਉਹ ਪ੍ਰਮੋਟ ਕਰਦੇ ਰਹੇ। ਇਸ ਕਰਕੇ ਇਹ ਲੋਕਾਂ 'ਚ ਆ ਗਈ। ਖਾਸ ਵੱਡਾ ਇਹਦੀ ਮਸ਼ਹੂਰੀ ਹੋਈ ਜਦੋਂ ਪਰਲ ਵਰਲਡ ਕਬੱਡੀ ਕੱਪ ਹੋਇਆ, ਤਾਂ ਲੋਕ ਇਹਨੂੰ ਸਮਝਣ ਲੱਗੇ ਕਿ ਜੇ ਸਰਕਾਰੀ ਨਹੀਂ ਤਾਂ ਇਹ ਪ੍ਰਾਈਵੇਟ ਵੀ ਨਹੀਂ ਰਹੀ, ਵੀ ਇਹ ਅਰਧ ਸਰਕਾਰੀ ਆ। ਜਦੋਂ ਵੱਡੀਆਂ ਸਰਕਾਰਾਂ, ਸੱਤਾ 'ਚ ਬੈਠੇ ਲੋਕ ਦਾ ਹੱਥ ਇਹਦੇ ਤੇ ਹੈਗਾ ਸੀ। ਸਿਆਸਤ ਤੋਂ ਲੈ ਕੇ ਖੇਡ ਜਗਤ, ਮਨੋਰੰਜਨ ਜਗਤ ਤੱਕ ਪੈਰ ਪਸਾਰੇ ਹੋਏ, ਇੱਕੋ ਦਮ ਪੈਸਾ ਲੋਕਾਂ ਦਾ ਡੁੱਬ ਜਾਣਾ, ਇਹ ਕਿਵੇਂ ਹੋਇਆ? ਦੇਖੋ, ਇਹਦੇ 'ਚ ਇਹ ਹੋਇਆ, ਅਸਲ ਵਿੱਚ ਇਹਨਾਂ ਦੀ ਪਲਾਨਿੰਗ ਫੇਲ ਹੋ ਗਈ। ਜਦੋਂ ਮਾਰਕੀਟ 'ਚੋਂ ਅਸੀਂ ਪੈਸਾ ਚੱਕਦੇ ਆ, ਮਾਰਕੀਟ 'ਚ ਪੈਸਾ ਵਾਪਸ ਕਰਨ ਦੀ ਇੱਕ ਡੇਟ ਹੁੰਦੀ ਆ, ਉਹਦੇ 'ਚ ਇਹਨਾਂ ਤੋਂ ਉਸ ਡੇਟ ਤੇ ਭੁਗਤਿਆ ਨਹੀਂ ਗਿਆ। ਕਿਉਂਕਿ ਪਹਿਲਾਂ ਘੱਟ ਦੇਣਦਾਰੀ ਸੀ, ਪੈਸਾ ਆਉਂਦਾ ਵੱਧ ਸੀ, ਕਈ ਹਜ਼ਾਰ ਕਰੋੜ ਆ ਜਾਂਦਾ ਸੀ ਹਰ ਸਾਲ, ਤੇ ਦੇਣਾ ਪਿਛਲੀਆਂ ਡੇਟਾਂ ਦਾ ਘੱਟ ਹੁੰਦਾ ਸੀ। ਜਦੋਂ ਮੈਚੋਰਟੀ ਵੱਧ ਗਈ, ਪਿੱਛੋਂ ਪੈਸਾ ਇੱਕ ਲਿਮਟ 'ਚ ਆਇਆ, ਤਾਂ ਇਹਨਾਂ ਨੇ ਜਿਹੜਾ ਆਪਦਾ ਪੈਸਾ ਸੀ ਉਹ ਖੰਡਿਆ ਦਿੱਤਾ, ਜਿਵੇਂ ਕਲੋਨੀਆਂ 'ਚ ਹੋਰ ਖੇਤਰਾਂ 'ਚ ਲਾਤਾ। ਪਰ ਇਹਦੀ ਮੈਨੇਜਮੈਂਟ ਇੱਕ ਥਾਂ 'ਤੇ ਧੋਖਾ ਖਾ ਗਈ। ਜਦੋਂ ਇਹ ਲੋਕਾਂ 'ਚੋਂ ਵਿਸ਼ਵਾਸ ਖੋਣ ਲੱਗੇ, ਇਹਨਾਂ ਨੇ ਕੀ ਕਰਿਆ, ਪੈਸੇ ਡਿਲੇ ਹੋ ਗਏ ਔਰ ਲੋਕਾਂ ਨੇ ਨਵੇਂ ਦੇਣੇ ਬੰਦ ਕਰ ਦਿੱਤੇ। ਜੇ ਕਿਤੇ ਇਹ ਪੈਸੇ ਡਿਲੇ ਹੋਣ ਵੇਲੇ ਆਪਦੀ ਥੋੜੀ ਬਹੁਤੀ ਪ੍ਰਾਪਰਟੀ ਵੇਚ ਕੇ ਲੋਕਾਂ ਨੂੰ ਪੈਸੇ ਦਿੰਦੇ ਰਹਿੰਦੇ ਔਰ ਸ਼ਾਇਦ ਇਹ ਫਿਸਲਦੇ ਨਾ। ਬਾਕੀ ਜਿਹੜੀ ਮੋਦੀ ਸਰਕਾਰ ਦੀ ਇੱਕ ਪਾਲਿਸੀ ਸੀ, 14 'ਚ ਆ ਕੇ ਇਕੱਲੀ ਪਰਲ ਹੀ ਨਹੀਂ, ਉਹਨੇ ਕਈ ਕੰਪਨੀਆਂ ਬੰਦ ਕਰਤੀਆਂ।
ਨਿਰਮਲ ਸਿੰਘ ਭੰਗੂ ਦੀ ਇੱਕ ਪਾਲਿਸੀ ਸੀ, ਉਹ ਹਰ ਚੀਜ਼ ਨੂੰ ਮੇਨਟੇਨ ਕਰਦਾ ਸੀ, ਸਾਹਮਣਾ ਨਹੀਂ ਸੀ ਕਰਦਾ, ਮੇਨਟੇਨ ਕਰਦਾ ਸੀ। ਮੈਨੂੰ ਵੀ ਪੈਸਿਆਂ ਦੀ ਆਫਰ ਦਿੱਤੀ, ਮੈਨੂੰ ਵੀ ਡਾਇਰੈਕਟਰਸ਼ਿਪ ਦੀ ਆਫਰ ਦਿੱਤੀ ਜਦੋਂ ਕੰਪਨੀ ਚੱਲਦੀ ਸੀ, ਲਾਲਚ ਦਿੱਤੇ ਕਿ ਤੁਸੀਂ ਦੱਸੋ ਕਿੱਥੇ ਕੀ ਲੈਣਾ, ਤੁਸੀਂ ਕੋਈ ਪ੍ਰਾਪਰਟੀ ਲੈਣੀ ਆ ਸਾਡੇ ਨਾਲ ਆ ਜਾਓ, ਅੰਦੋਲਨ ਵੀ ਕਰਦੇ ਰਹੋ, ਡਰਾਮਾ ਵੀ ਕਰਦੇ ਰਹੋ, ਪਰ ਸੁਪਰੀਮ ਕੋਰਟ 'ਚ ਵਕੀਲ ਵੀ ਕਰੋ, ਪਰ ਵਕੀਲ ਕਹਿੰਦਾ ਮੈਂ ਦਿੰਦਾ। ਪਰ ਅਸੀਂ ਕਿਹਾ ਵੀ ਨਹੀਂ, ਅਸੀਂ ਮਸਤੂਆਣਾ ਸਾਹਿਬ ਤੋਂ ਅਰਦਾਸ ਕਰਕੇ ਚੱਲੇ ਸੀ, ਜਿਹੜੇ ਕੁਝ ਲੋਕ ਜਿਨ੍ਹਾਂ ਦੀ ਅਰਦਾਸ ਕਰੀ ਸੀ, ਨਾ ਰੁਕਣਾ, ਨਾ ਝੁਕਣਾ, ਨਾ ਵਿਕਣਾ। ਮੋਦੀ ਸਰਕਾਰ ਦੀ ਭੂਮਿਕਾ ਕੀ ਹੈ? ਦੇਖੋ, ਮੋਦੀ ਸਰਕਾਰ ਨੇ ਇਸ ਮੁੱਦੇ ਤੇ ਸੀਰੀਅਸ ਹੀ ਨਹੀਂ ਲਿਆ, ਇਸ ਮੁੱਦੇ ਨੂੰ ਕਦੇ ਸੀਰੀਅਸ ਨਹੀਂ ਲਿਆ, ਨਾ ਗੌਰ ਨਾਲ ਸੁਣਿਆ। ਮੈਨੂੰ ਜਦੋਂ ਇਲੈਕਸ਼ਨ ਆਉਂਦੀ ਹੈ, ਚਾਹੇ ਕਿਸੇ ਵੀ ਸਟੇਟ 'ਚ ਹੁੰਦੀ ਆ, ਉਦੋਂ ਬੀਜੇਪੀ ਵਾਲੇ ਮਗਰ ਫਿਰਦੇ ਆ, ਤੁਹਾਨੂੰ ਫਲਾਣੇ ਮੰਤਰੀ ਨਾਲ ਮਿਲਾ ਦਿੰਦੇ ਆ, ਤੁਹਾਨੂੰ ਫਲਾਣੇ ਮੰਤਰੀ ਨਾਲ ਮਿਲਾ ਦਿੰਦੇ ਆ, ਕਦੇ ਕਹਿੰਦੇ ਆ ਜੀ ਤੁਹਾਨੂੰ ਅਮਿਤ ਸ਼ਾਹ ਨਾਲ, ਪਿਛਲੀਆਂ 19 ਦੀ ਇਲੈਕਸ਼ਨ 'ਚ ਅਮਿਤ ਸ਼ਾਹ ਨਾਲ ਮਿਲਾ ਦਿੰਦੇ ਆ। ਜਦੋਂ ਇਲੈਕਸ਼ਨ ਲੰਘ ਜਾਂਦੀ ਆ, ਇਹ ਉੱਥੇ ਹਥਿਆਰ ਰੱਖ ਦਿੰਦੇ ਆ। ਤੇ ਇਹਦਾ ਵੱਡਾ ਰੀਜ਼ਨ ਇਹ ਆ, ਪੰਜਾਬ ਦੇ ਵਿੱਚ ਹੀ ਮੂਵਮੈਂਟ ਜ਼ਿਆਦਾ ਤੇਜ਼ ਚੱਲੀ ਹੈ, ਦੂਜੀਆਂ ਸਟੇਟ 'ਚ ਮੂਵਮੈਂਟ ਇਹਨਾਂ ਨੇ ਚੱਲਣ ਨਹੀਂ ਦਿੱਤੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਹਿੱਸੇ ਆਇਆ ਲੜਨਾ, ਬਗਾਵਤ ਕਰਨੀ। ਜਿਹੜੇ ਦੂਸਰੇ ਲੋਕ ਨੇ ਉਹ ਇਹਨਾਂ ਦੀ ਹੀ ਪਾਰਟੀ ਦੇ ਮੈਂਬਰ ਹੁੰਦੇ ਆ, ਪਰ ਉਹ ਸਟੈਂਡ ਨਹੀਂ ਲੈ ਸਕਦੇ, ਔਰ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਨਾਲ ਹੀ ਖੜਦੇ ਆ। ਉਹਨਾਂ ਦੀ ਗਰੀਬੀ ਦਾ ਜਾਂ ਉਹਨਾਂ ਦੀ ਕਮਜ਼ੋਰੀ ਦਾ ਇਹ ਸਰਕਾਰਾਂ ਫਾਇਦਾ ਲੈਂਦੀਆਂ ਰਹੀਆਂ ਨੇ। ਦੂਜੀ ਗੱਲ, ਇੱਕ ਕਮੇਟੀ ਬਣੀ ਆ ਜਿਹੜੀ, ਜਿਹਨੂੰ ਸੁਪਰੀਮ ਕੋਰਟ ਨੇ ਸਿੱਧਾ ਆਰਡਰ ਕੀਤਾ ਕਿ ਪਰਲ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਪੈਸੇ ਦੇਵੋ। ਹੁਣ ਉਹ ਪਹਿਲਾਂ ਦਿੱਲੀ 'ਚ ਬੈਠੇ ਸੀ ਦਫ਼ਤਰ ਖੋਲ ਕੇ, ਹੁਣ ਉਹ ਚੱਕ ਕੇ ਦਫ਼ਤਰ ਬੰਬੇ ਚਲੇ ਗਏ। ਹੁਣ ਉਹ ਆਕਸ਼ਨ ਕਰਨ ਦਾ ਪਾ ਦਿੰਦੇ ਆ ਵੀ ਅਸੀਂ ਉੱਤਰ ਭਾਰਤ ਦੀਆਂ ਪ੍ਰਾਪਰਟੀਆਂ ਵੇਚਣੀਆਂ ਨੇ। ਹੁਣ ਐਡਾ ਵੱਡਾ ਗਰੁੱਪ ਆ ਨਹੀਂ ਰਿਹਾ, ਔਰ ਵੱਡੀ ਗੱਲ ਇਹ ਆ ਵੀ ਪਰਲ ਦੀਆਂ ਪ੍ਰਾਪਰਟੀਆਂ ਨੇ ਸੱਤਾਧਾਰੀ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਉਹ ਯੂਪੀ ਦੇ ਹੋਣ, ਚਾਹੇ ਉਹ ਰਾਜਸਥਾਨ ਦੇ ਹੋਣ, ਸੱਤਾਧਾਰੀ ਉਹਨਾਂ ਨੇ ਪਰਲ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕਰ ਲਏ। ਜੇ ਮੈਂ ਤੁਹਾਨੂੰ ਗੱਲ ਕਰਾਂ, ਬਲਾਡੇ ਦੇ ਵਿੱਚ ਉੱਥੇ ਕਬਜ਼ੇ ਸੀ ਕਾਂਗਰਸ ਦੀ ਸਾਈਡ ਤੇ। ਹੁਣ ਸਰਦੂਲਗੜ੍ਹ ਦੇ ਵਿੱਚ ਕਾਂਗਰਸੀਆਂ ਦੇ ਕਬਜ਼ੇ ਸੀ, ਜੋ ਅਸੀਂ ਇਸ ਟਾਈਮ ਛਡਾਉਣ ਲੱਗੇ ਹੋਏ ਹਾਂ, ਜਿਹਦੀ ਡੇਟ ਹੈਗੀ ਐਸਡੀਐਮ ਦੇ 25 ਤਰੀਕ ਨੂੰ, ਉੱਥੇ ਫੈਸਲਾ ਹੋਣਾ, 45 ਲਵਾਉਣੀਆਂ। ਜੇ ਗੱਲ ਕਰਾਂ ਲੁਧਿਆਣੇ ਦੀ, ਲੁਧਿਆਣੇ 'ਚ ਕੁਹਾੜਾ ਦੇ ਲਾਗੇ 3500 ਕਿੱਲਾ ਜ਼ਮੀਨ ਪਈ ਆ, ਜਿਹੜਾ ਕਿ ਇੱਕ ਬਹੁਤ ਵੱਡਾ ਪ੍ਰੋਜੈਕਟ ਪਾਸ ਹੈ। ਉੱਥੇ ਸਮੇਂ ਦੀਆਂ ਸਰਕਾਰਾਂ ਕਾਬਜ਼ ਰਹੀਆਂ। ਇੱਧਰ ਮੁੱਲਾਪੁਰ 'ਚ ਜ਼ਮੀਨ ਹੈ, ਪਹਿਲਾਂ ਮਿਸਟਰ ਏਆਲੀ ਦੇ ਬੰਦਿਆਂ ਕੋਲੇ ਕਬਜ਼ਾ ਸੀ, ਫਿਰ ਸੰਦੀਪ ਸੰਧੂ ਦੇ ਬੰਦਿਆਂ ਕੋਲੇ ਕਬਜ਼ਾ। ਹੁਣ ਜਿਹੜੀ ਸਾਡੇ ਕੋਲੇ ਰਿਪੋਰਟ ਆ ਰਹੀ ਹੈ, ਹੁਣ ਆਮ ਆਦਮੀ ਪਾਰਟੀ ਦੇ ਲੀਡਰ ਨੇ ਉੱਥੇ ਖੰਗੂੜਾ ਸਾਹਿਬ, ਉਹਨਾਂ ਦੀ ਸਹਿਤ ਤੇ ਕੁਝ ਬੰਦੇ ਕਹਿੰਦੇ ਆ ਸਾਨੂੰ ਖੰਗੂੜਾ ਸਾਹਿਬ ਦੀ ਸਰਪ੍ਰਸਤੀ ਹੈ, ਅਸੀਂ ਇਹਦੇ ਕਰਕੇ ਬੈਠੇ ਹਾਂ, ਜੋ ਕਿ ਆਮ ਆਦਮੀ ਪਾਰਟੀ ਨੇ। ਮੈਂ ਭਗਵੰਤ ਮਾਨ ਜੀ ਨੂੰ ਵੀ ਅਪੀਲ ਕਰੂੰਗਾ ਕਿ ਜਿੱਦਾਂ ਕਾਂਗਰਸ ਦੇ ਵਰਕਰਾਂ ਨੇ ਪਰਲੀਆਂ ਜ਼ਮੀਨਾਂ ਤੇ ਕਬਜ਼ੇ ਕਰੇ, ਅਕਾਲੀਆਂ ਦੇ ਕਰੇ, ਹੁਣ ਤੁਹਾਡੇ ਵਾਲੇ ਵੀ ਲਾਲਚ ਕਰਦੇ ਆ। ਤੁਸੀਂ ਤਾਂ ਵੈਸੇ ਕਹਿ ਹੀ ਦਿੱਤਾ ਵੀ ਜਲਦੀ ਵੇਚ ਦਿਆਂਗੇ, ਕਿ ਇਹਨਾਂ ਤੋਂ ਵੀ ਬਚਾ ਕੇ ਰੱਖਿਓ, ਕਿਉਂਕਿ ਇਹ ਉਹੀ ਲੋਕ ਨੇ, ਇਹੀ ਅਕਾਲੀਆਂ 'ਚ ਰਹੇ, ਇਹੀ ਕਾਂਗਰਸੀਆਂ 'ਚ ਰਹੇ, ਇਹੀ ਹੁਣ ਤੁਹਾਡੇ ਕੋਲੇ ਆ ਗਏ। ਇਹਨਾਂ ਨੇ ਉਹੀ ਕੰਮ ਕਰਨੇ ਆ ਜਿਹੜੇ ਉੱਥੇ ਕੀਤੇ ਆ, ਕਿਉਂਕਿ ਪਰਲ ਦੀਆਂ ਪ੍ਰਾਪਰਟੀਆਂ ਮੋਟੀ ਕਮਾਈ ਦਿੰਦੀਆਂ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪੰਜਾਬ 'ਚ ਲਗਭਗ 10,000 ਕਿੱਲਾ ਜ਼ਮੀਨ ਆ ਪਰਲ ਦੀ, ਉਹਨੂੰ ਛੱਡ ਕਰੀਏ ਇੱਕ 50 ਕਿੱਲਿਆਂ ਤੇ ਅਸੀਂ 2017 'ਚ 45 ਲਵਾਈ ਸੀ, ਜਿਹਦਾ ਠੇਕਾ 1 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਬਰੇਟਿਆਂ ਤਹਿਸੀਲਦਾਰ ਉਹਦਾ ਲੱਗਿਆ ਹੋਇਆ ਅਧਿਕਾਰੀ, 1 ਕਰੋੜ ਰੁਪਇਆ 50 ਕਿੱਲਿਆਂ ਦਾ ਠੇਕਾ ਆ ਗਿਆ। ਜੇ ਉਦੋਂ ਤੋਂ ਹੀ 10,000 ਕਿੱਲਾ ਸਰਕਾਰ ਠੇਕੇ ਤੇ ਦਿੰਦੀ ਹੁੰਦੀ ਤਾਂ ਅੱਧੇ ਲੋਕਾਂ ਦੇ ਪੈਸੇ ਮੁੜ ਗਏ। ਇੱਕ ਆਖਰੀ ਦੇ ਵਿੱਚ ਸਵਾਲ ਹੈ, ਸ਼ਾਰਟ ਦੇ ਵਿੱਚ ਚਾਹੀਦਾ ਹੈ ਵੀ ਜੇਕਰ ਹੁਣ ਤੱਕ ਕਾਨੂੰਨੀ ਲੜਾਈ ਤੁਸੀਂ ਕੀ ਕੁਝ ਲੜ ਚੁੱਕੇ ਹੋ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਤੌਰ ਦੇ ਉੱਤੇ, ਤੇ ਉਹ ਕਾਨੂੰਨੀ ਲੜਾਈ ਦਾ ਰਿਜ਼ਲਟ ਕੀ ਨਿਕਲਿਆ? ਦੇਖੋ, ਕਾਨੂੰਨੀ ਇਹ ਸੀਗੀ, ਜਦੋਂ ਅਸੀਂ ਇਹ ਆਰਗੇਨਾਈਜੇਸ਼ਨ ਬਣਾਈ, ਕੰਪਨੀ ਵਰਸਸ ਸੇਬੀ ਸੀਬੀਆਈ ਈਡੀ, ਇਹ ਕੇਸ ਚੱਲਦਾ ਸੀ ਦਿੱਲੀ ਹਾਈ ਕੋਰਟ 'ਚ। ਅਸੀਂ ਉੱਥੇ ਪਾਰਟੀ ਬਣਨੀ ਚਾਹੇ ਨਿਵੇਸ਼ਕਾਂ ਵੱਲੋਂ, ਪਰ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਸਾਨੂੰ ਅਲਾਉ ਨਹੀਂ ਕੀਤਾ, ਸਾਡੀ ਐਪਲੀਕੇਸ਼ਨ ਠੁਕਰਾਤੀ। ਉਸ ਤੋਂ ਬਾਅਦ ਅਸੀਂ ਲੀਗਲ ਮਾਹਰਾਂ ਤੋਂ, ਐਡਵੋਕੇਟ ਸਾਹਿਬ ਤੋਂ ਰਾਏ ਲਈ ਵੀ ਕੀ ਕੀਤਾ ਜਾਵੇ। ਸਾਰਿਆਂ ਦਾ ਸੁਝਾਅ ਸੀ ਵੀ ਇਹ ਮਸਲਾ ਕਿਸੇ ਨਾ ਕਿਸੇ ਦਿਨ, ਸਾਲ ਨੂੰ 2 ਸਾਲ ਨੂੰ ਸੁਪਰੀਮ ਕੋਰਟ ਜਾਊਗਾ, ਤਾਂ ਤੁਸੀਂ ਪਹਿਲੇ ਹੀ ਸੁਪਰੀਮ ਕੋਰਟ ਕੈਬਟ ਪਾ ਦਿਓ। ਅਸੀਂ ਸੁਪਰੀਮ ਕੋਰਟ ਕੈਬਟ ਪਾਉਂਦੇ ਆ 2015 ਦੇ ਲਾਸਟ ਤੇ 10ਵੇਂ-11ਵੇਂ ਮਹੀਨੇ, ਔਰ ਪਹਿਲੇ ਮਹੀਨੇ ਹੀ ਇਹ ਮੈਟਰ ਸੁਪਰੀਮ ਕੋਰਟ ਜਾਂਦਾ। ਸੁਪਰੀਮ ਕੋਰਟ 'ਚ ਈਡੀ ਸੇਬੀ ਸੀਬੀਆਈ ਵਰਸਸ ਪਲਜ਼ ਦੀ ਮੈਨੇਜਮੈਂਟ ਕੇਸ ਸੀਗਾ। ਉੱਥੇ ਜਦੋਂ ਸਾਨੂੰ ਜੱਜ ਨੇ ਸੁਣਿਆ ਵੀ ਤੁਸੀਂ ਇਸ ਕੇਸ 'ਚ ਕਿਉਂ, ਤੁਹਾਡੀ ਆਰਗੇਨਾਈਜੇਸ਼ਨ ਕਿਉਂ ਪਾਰਟੀ ਬਣਨਾ ਚਾਹੁੰਦੀ ਆ, ਤਾਂ ਅਸੀਂ ਕਿਹਾ ਵੀ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ 'ਚ ਇਹਨਾਂ ਦੇ ਬਹੁਤ ਨਿਵੇਸ਼ਕ ਆ ਜਿਨ੍ਹਾਂ ਦਾ ਪੈਸਾ ਇਸ ਕੰਪਨੀ 'ਚ ਲੱਗਿਆ ਸੀ, ਉਹਨਾਂ ਦੇ ਪੈਸੇ ਤੁਸੀਂ ਵਾਪਸ ਕਰੋ। ਤਾਂ ਮਾਨਯੋਗ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ
ਕਲੀਅਰ ਕੱਟ ਡਿਸੀਜਨ ਦਿੱਤਾ ਕਿ ਪਰਲ ਦੀ ਪ੍ਰਾਪਰਟੀ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਦਿੱਤੇ ਜਾਣ ਔਰ ਇੱਕ ਕਮੇਟੀ ਗਠਨ ਕਰਤੀ। ਪਰ ਉਸ ਕਮੇਟੀ ਤੋਂ ਕੋਈ ਕੰਮ ਨਹੀਂ ਹੋਇਆ, ਉਹ ਇੱਕ ਅਲੱਗ ਬਾਤ ਆ। ਪਰ ਲੀਗਲ ਲੜਾਈ ਜਿੱਤੀ ਹੋਈ ਆ ਕਿ ਆਰਡਰ ਹੋਏ ਹੋਇਆ ਸੁਪਰੀਮ ਕੋਰਟ ਦੇ ਕਿ ਪਰਲ ਦੀਆਂ ਪ੍ਰਾਪਰਟੀਆਂ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਦਿੱਤੇ ਜਾਣ। ਅੱਛਾ, ਹੁਣ ਆਖਰੀ ਦੇ ਵਿੱਚ ਭਗਵੰਤ ਮਾਨ ਦਾ ਬਿਆਨ ਦਾ ਮੈਂ ਮੁੜ ਜ਼ਿਕਰ ਕਰਨਾ ਚਾਹਾਂਗਾ। ਸਾਡਾ ਵੀ ABP ਸਾਂਝਾ ਦਾ ਵੀ ਇੱਕ ਮੁੱਦਾ ਰਿਹਾ ਹੈ ਪਰਲ ਪੀੜਤਾਂ ਦਾ। ਤੁਸੀਂ ਵੀ ਪਿਛਲੇ 8-9 ਸਾਲ ਤੋਂ ਸੰਘਰਸ਼ ਕਰ ਰਹੇ ਹੋ। ਹੁਣ ਤੁਹਾਨੂੰ ਵੀ ਕਾਲਸ ਵਗੈਰਾ ਆਉਂਦੀਆਂ ਹੋਣਗੀਆਂ, ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਦਾ ਬਿਆਨ ਇੰਪਲੀਮੈਂਟ ਹੋਏਗਾ? ਉਮੀਦ ਹੈਗੀ ਆ। ਉਮੀਦ ਤੇ ਹੀ ਦੁਨੀਆ ਚੱਲਦੀ ਆ ਔਰ ਲੋਕ ਹੋਰ ਕਰ ਵੀ ਕੀ ਸਕਦੇ ਆ। ਸਰਕਾਰ ਚੁਣ ਬੈਠੇ ਆ, ਹੁਣ ਸਰਕਾਰ ਦੇ ਹੱਥ ਆ ਤੇ ਦੇਖਦੇ ਆ ਪਹਿਲਾ ਸੈਸ਼ਨ ਆਉਂਦਾ ਹੀ ਤੇ ਕੀ ਰੰਗ ਲਿਖਾਉਂਦਾ। ਬਹੁਤ ਬਹੁਤ ਧੰਨਵਾਦ।